3.4 फर्स्ट क्वेश्चन स्टेट वैदर ट्रू और फॉल्स। ਇਹਦੇ ਅੰਡਰ ਸਾਨੂੰ A ਤੋਂ ਲੈ ਕੇ H ਤੱਕ ਕੁਐਸਚਨਸ ਦਿੱਤੇ ਹੋਏ ਆ ਔਰ ਟਰੂ ਫਾਲਸ ਕਰਨ ਟਾਈਮ ਸਟੂਡੈਂਟਸ ਕੀ ਕਰਦੇ ਨੇ, ਰੱਟਾ ਮਾਰਦੇ ਨੇ। E ਦਾ ਟਰੂ ਹੋਊਗਾ, B ਦਾ ਫਾਲਸ ਹੋਊਗਾ, A ਦਾ ਟਰੂ ਹੋਊਗਾ, ਪਰ ਪੇਪਰ 'ਚ ਰੱਟਾ ਮਾਰਨ ਕਰਕੇ ਗਲਤੀ ਹੋਣ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਤੋ ਟਰੂ ਫਾਲਸ ਸਪੈਸ਼ਲੀ ਕੁਆਡਰੀਲੇਟਰਲਸ ਦੇ ਉਹਨਾਂ ਦੇ ਗਲਤ ਨਾ ਹੋਣ। ਇੱਕ ਛੋਟਾ ਜਿਹਾ ਚਾਰਟ ਹੈ ਜੋ ਬਹੁਤ ਹੈਲਪਫੁਲ ਹੈ। ਤੋ 3.4 ਦਾ ਜਦੋਂ ਤੁਸੀਂ ਸਟਾਰਟ ਕਰੋਗੇ 3.4 ਆਪਣੀ ਕਾਪੀ ਤੇ ਐਕਸਰਸਾਈਜ਼ ਲਿਖੋਗੇ 3.4 ਉਸ ਤੋਂ ਪਹਿਲਾਂ ਉਹ ਚਾਰਟ ਬਣਾਓਗੇ, ਠੀਕ ਹੈ। ਉਹ ਚਾਰਟ ਦੱਸਣ ਤੋਂ ਪਹਿਲਾਂ ਮੈਂ ਇੰਟਰੋ ਜਦੋਂ ਕੁਆਡਰੀਲੇਟਰਲ ਦੀ ਸਟਾਰਟ ਕੀਤੀ ਸੀ ਤਾਂ ਮੈਂ ਇੱਥੋਂ ਸਟਾਰਟ ਕੀਤਾ ਸੀ ਕਰਵ ਤੋਂ। ਕਰਵ ਦੋ ਟਾਈਪ ਦੀ ਹੁੰਦੀ ਆ, ਓਪਨ ਤੇ ਕਲੋਜ਼ਡ। ਫਿਰ ਅਸੀਂ ਕਲੋਜ਼ਡ ਨੂੰ ਡਿਟੇਲ 'ਚ ਪੜ੍ਹਿਆ ਸੀ ਕਿ ਇਹਦੇ ਵਿੱਚ ਕਲੋਜ਼ ਦੀ ਕਿਹੜੀ ਐਗਜ਼ਾਮਪਲ ਪੜ੍ਹੀ ਸੀ, ਪੋਲੀਗਨ। ਪੋਲੀਗਨ ਨੂੰ ਅਸੀਂ ਕਿਹਾ ਸੀਗਾ ਕਲਾਸੀਫਾਈਡ ਕਰ ਲਓ 3 ਟਾਈਪ ਦੇ ਨਾਲ, ਔਨ ਦ ਬੇਸਿਸ ਆਫ ਸਾਈਡਸ, on the basis of position of diagonal, on the basis of the dimensions of sides and angles, right? ਫਿਰ ਜਿਹੜੀ sides ਦੀ ਸੀ ਉਹਨੂੰ ਡਿਟੇਲ 'ਚ ਪੜ੍ਹਿਆ ਸੀ। ਸਾਈਡਸ ਦੇ ਵਿੱਚ ਅਸੀਂ ਕਿਹਾ ਸੀ ਮਿਨੀਮਮ 3 ਹੋ ਸਕਦੀਆਂ, ਮੈਕਸਿਮਮ ਕਿੰਨੀਆਂ ਵੀ ਹੋ ਸਕਦੀਆਂ। 3 ਵਾਸਤੇ ਸਾਈਡਸ ਟ੍ਰਾਇੰਗਲ ਸੀ ਜੋ ਅਸੀਂ 7 'ਚ ਪੜ੍ਹ ਚੁੱਕੇ ਹਾਂ। 4 ਸਾਈਡਸ ਹੋਣ ਤਾਂ ਅਸੀਂ ਉਹਨੂੰ ਕੀ ਕਿਹਾ ਸੀ, ਕੁਆਡਰੀਲੇਟਰਲ ਕਿਹਾ ਸੀ। ਲਾਈਕ 4 ਸਾਈਡਸ ਹੈ ਨਾ। ਕੁਆਡਰੀਲੇਟਰਲ ਦੀਆਂ ਅਸੀਂ ਟਾਈਪਸ ਪੜ੍ਹੀਆਂ ਸੀ। ਕੁਆਡਰੀਲੇਟਰਲ ਦੀ ਟਾਈਪਸ ਦੇ ਵਿੱਚ ਅਸੀਂ ਸਪੈਸ਼ਲ 2 ਦੇਖੀਆਂ ਸੀ, ਕਨਵੈਕਸ ਤੇ ਕਨਕੇਵ ਕੁਆਡਰੀਲੇਟਰਲ। ਇਹਨਾਂ ਦੇ ਵਿੱਚ ਸਟੱਡੀ ਕੀਤਾ ਸੀ, ਠੀਕ ਹੈ। ਇੰਨਾ ਕੁਝ ਜਾਣਨ ਤੋਂ ਬਾਅਦ ਜਿਹੜਾ ਚਾਰਟ ਤੁਹਾਨੂੰ ਟਰੂ ਫਾਲਸ ਕਰਨ ਦੇ ਵਿੱਚ ਹੈਲਪਫੁਲ ਹੋਊਗਾ ਉਹ ਚਾਰਟ ਹੈ ਇਹ ਵਾਲਾ ਚਾਰਟ, ਠੀਕ ਹੈ। ਇਹ ਚਾਰਟ ਦਾ ਹੈਡਿੰਗ ਹੈ ਕਨਵੈਕਸ ਕੁਆਡਰੀਲੇਟਰਲ, ਮਤਲਬ ਇਹ ਪੂਰੀ ਕਿਹਦੀ ਫੈਮਿਲੀ ਪਈ ਹੈ, ਕਨਵੈਕਸ ਕੁਆਡਰੀਲੇਟਰਲ ਦੀ ਫੈਮਿਲੀ ਪਈ ਹੈ। ਹੁਣ ਇਹ ਚਾਰਟ ਟਰੂ ਫਾਲਸ ਕਰਨ ਦੇ ਵਿੱਚ ਕਿੱਦਾਂ ਹੈਲਪਫੁਲ ਹੋਊਗਾ, ਠੀਕ ਹੈ। ਪਿੰਕ ਕਲਰ ਦੇ ਐਰੋਜ਼ ਲੱਗੇ ਹੋਏ ਨੇ, ਐਰੋ ਦੀ ਡਾਇਰੈਕਸ਼ਨ ਦੇਖੋ। ਕਨਵੈਕਸ ਕੁਆਡਰੀਲੇਟਰਲ 2 ਟਾਈਪ ਦੇ ਵਿੱਚ ਚਲੀ ਗਈ, ਇੱਕ ਟ੍ਰਪੇਜ਼ੀਅਮ ਬਣ ਗਈ, ਇੱਕ ਕਾਈਟ ਬਣ ਗਿਆ, ਠੀਕ ਹੈ। ਕਾਈਟ ਦੀਆਂ ਫਰਦਰ ਟਾਈਪਸ ਅਸੀਂ ਨਹੀਂ ਪੜ੍ਹਨੀਆਂ। ਟ੍ਰਪੇਜ਼ੀਅਮ ਨੂੰ ਦੇਖੋ, ਟ੍ਰਪੇਜ਼ੀਅਮ ਜੋ ਹੈ ਉਹ ਫਰਦਰ 2 ਟਾਈਪਸ ਦੇ ਵਿੱਚ ਚੇਂਜ ਹੋਗੀ, ਇੱਕ ਪੈਰਲਲੋਗ੍ਰਾਮ, ਇੱਕ ਆਈਸੋਸਲਸ ਟ੍ਰਪੇਜ਼ੀਅਮ, ਰਾਈਟ। ਆਈਸੋਸਲਸ ਟ੍ਰਪੇਜ਼ੀਅਮ ਦੀ ਵੀ ਟਾਈਪਸ ਨਹੀਂ ਅਸੀਂ ਪੜ੍ਹਨੀਆਂ। ਪੈਰਲਲੋਗ੍ਰਾਮ, ਨਾਓ ਦਿਸ ਪੈਰਲਲੋਗ੍ਰਾਮ ਇਹ ਫਰਦਰ ਕਲਾਸੀਫਾਈ ਹੋਗੀ, ਫਰਦਰ ਡਿਵਾਈਡ ਹੋਗੀ 2 ਪਾਰਟਸ ਦੇ ਵਿੱਚ, ਇੱਕ ਰੈਕਟੈਂਗਲ ਦੇ ਵਿੱਚ ਤੇ ਇੱਕ ਰੋਮਬਸ ਦੇ ਵਿੱਚ, ਠੀਕ ਹੈ। ਤੇ ਰੈਕਟੈਂਗਲ ਤੇ ਰੋਮਬਸ ਫਰਦਰ ਕਿਹਦੇ ਨਾਲ ਕਨੈਕਟ ਹੋ ਗਈਆਂ, ਸਕੁਅਰ ਦੇ ਨਾਲ। ਹੁਣ ਕੀ ਫੰਡਾ ਕੀ ਹੈ ਇਹਦੇ ਨਾਲ, ਟਰੂ ਫਾਲਸ ਕਿੱਦਾਂ ਹੋਣਗੇ, ਦੇਖੋ ਧਿਆਨ ਦੇ ਨਾਲ। ਜੇ ਮੈਨੂੰ ਕੋਈ ਹੁਣ ਪੁੱਛੇ ਟ੍ਰਪੇਜ਼ੀਅਮ, ਕੀ ਟ੍ਰਪੇਜ਼ੀਅਮ ਨੂੰ ਅਸੀਂ ਕਨਵੈਕਸ ਕੁਆਡਰੀਲੇਟਰਲ ਕਹਿ ਸਕਦੇ ਹਾਂ, ਤਾਂ ਡੈਫੀਨੇਟਲੀ ਕਹਿ ਸਕਦੇ ਹਾਂ। ਤੁਸੀਂ ਜਸਟ ਇਹ ਦੇਖਣਾ ਕਿ ਟ੍ਰਪੇਜ਼ੀਅਮ ਕਨਵੈਕਸ ਕੁਆਡਰੀਲੇਟਰਲ ਦੇ ਵਿੱਚੋਂ ਆ ਰਹੀ ਹੈ, ਯੈਸ ਆ ਰਹੀ ਹੈ, ਤਾਂ ਅਸੀਂ ਟ੍ਰਪੇਜ਼ੀਅਮ ਨੂੰ ਕਨਵੈਕਸ ਕੁਆਡਰੀਲੇਟਰਲ ਕਹਿ ਸਕਦੇ ਹਾਂ। ਕਾਈਟ, ਠੀਕ ਹੈ, ਕਾਈਟ ਨੂੰ ਅਸੀਂ ਕਨਵੈਕਸ ਕੁਆਡਰੀਲੇਟਰਲ ਕਹਿ ਸਕਦੇ ਹਾਂ ਕਿ ਕਾਈਟ ਦਾ origin ਕਨਵੈਕਸ ਕੁਆਡਰੀਲੇਟਰਲ ਇੱਥੋਂ ਨਿਕਲ ਰਿਹਾ, ਹਾਂ ਨਿਕਲ ਰਿਹਾ, ਐਰੋ ਜਾ ਰਿਹਾ ਨਾ ਇੱਧਰ ਨੂੰ, ਠੀਕ ਹੈ। ਹੁਣ ਜੇ ਮੈਨੂੰ ਕੋਈ ਕਵੇ ਕਿ ਕਾਈਟ ਇੱਕ ਟ੍ਰਪੇਜ਼ੀਅਮ ਹੈ, ਨਹੀਂ, ਕਾਈਟ ਇੱਕ ਟ੍ਰਪੇਜ਼ੀਅਮ ਨਹੀਂ ਹੈਗੀ। ਟ੍ਰਪੇਜ਼ੀਅਮ ਵਾਲੇ ਪਾਸੇੋਂ ਕੋਈ ਵੀ ਐਰੋ ਕਾਈਟ ਨੂੰ ਨਹੀਂ ਜਾਂਦਾ ਪਿਆ, ਠੀਕ ਹੈ। ਉਸ ਤੋਂ ਬਾਅਦ ਅੱਗੇ ਆਓ, ਨੈਕਸਟ ਦੇਖੋ। ਹੁਣ ਮੈਨੂੰ ਦਿਖਦਾ ਪਿਆ ਕਿ ਟ੍ਰਪੇਜ਼ੀਅਮ ਦੇ ਵਿੱਚੋਂ ਐਰੋ ਨਿਕਲੇ ਔਰ ਜਾ ਕੇ ਕਿੱਧਰ ਚਲੇ ਗਏ, ਪੈਰਲਲੋਗ੍ਰਾਮ ਦੇ ਵਿੱਚ ਚਲੇ ਗਏ। ਹੁਣ ਪੈਰਲਲੋਗ੍ਰਾਮ ਮੈਨੂੰ ਕੋਈ ਕੁਐਸਚਨ ਕਰਦਾ ਕਿ ਪੈਰਲਲੋਗ੍ਰਾਮ ਇੱਕ ਟ੍ਰਪੇਜ਼ੀਅਮ ਹੈ, ਇਜ਼ ਇਟ ਟਰੂ? ਪੈਰਲਲੋਗ੍ਰਾਮ ਨੂੰ ਅਸੀਂ ਟ੍ਰਪੇਜ਼ੀਅਮ ਕਹਿ ਸਕਦੇ ਹਾਂ, ਬਿਲਕੁਲ ਕਹਿ ਸਕਦੇ ਹਾਂ, ਕਿਉਂਕਿ ਪੈਰਲਲੋਗ੍ਰਾਮ ਦਾ origin ਕੀ ਹੈ, ਕਿੱਥੋਂ ਨਿਕਲੀ ਹੈ ਪੈਰਲਲੋਗ੍ਰਾਮ। ਆ ਦੇਖੋ ਪੈਰਲਲੋਗ੍ਰਾਮ ਕਿੱਥੋਂ ਨਿਕਲੀ ਹੈ, ਇਹ ਪੈਰਲਲੋਗ੍ਰਾਮ ਹੈ, ਕਿੱਥੋਂ ਨਿਕਲਦੀ ਵੀ, ਟ੍ਰਪੇਜ਼ੀਅਮ ਤੋਂ ਨਿਕਲਦੀ ਵੀ, ਇਸ ਕਰਕੇ ਅਸੀਂ ਪੈਰਲਲੋਗ੍ਰਾਮ ਨੂੰ ਟ੍ਰਪੇਜ਼ੀਅਮ ਕਹਿ ਸਕਦੇ ਹਾਂ। ਕੀ ਪੈਰਲਲੋਗ੍ਰਾਮ ਜੋ ਇਹ ਪੈਰਲਲੋਗ੍ਰਾਮ ਹੈ, ਕੀ ਪੈਰਲਲੋਗ੍ਰਾਮ ਇੱਕ ਕਨਵੈਕਸ ਕੁਆਡਰੀਲੇਟਰਲ ਹੈ? ਓਕੇ ਦੇਖੋ ਐਰੋ ਦੀ ਡਾਇਰੈਕਸ਼ਨ ਦੇਖੋ, ਆ ਰਹੀ ਐਰੋ ਦੀ ਡਾਇਰੈਕਸ਼ਨ ਪੈਰਲਲੋਗ੍ਰਾਮ ਵਾਲੇ ਪਾਸੇ, ਯੈਸ। ਸੋ ਵੀ ਕੈਨ ਕਾਲ ਪੈਰਲਲੋਗ੍ਰਾਮ ਐਜ਼ ਅ ਕਨਵੈਕਸ ਕੁਆਡਰੀਲੇਟਰਲ। ਓਕੇ ਨੈਕਸਟ ਦੇਖੋ, ਨੈਕਸਟ ਹੈ ਸਾਡੇ ਕੋਲ ਪੈਰਲਲੋਗ੍ਰਾਮ ਫਰਦਰ 2 ਪਾਸੇ ਨੂੰ ਚਲੀ ਗਈ, ਕਿੱਦਾਂ? ਪੈਰਲਲੋਗ੍ਰਾਮ ਰੋਮਬਸ 'ਚ ਵੀ ਚੇਂਜ ਹੋ ਸਕਦੀ ਹੈ, ਪੈਰਲਲੋਗ੍ਰਾਮ ਰੈਕਟੈਂਗਲ 'ਚ ਵੀ ਚੇਂਜ ਹੋ ਸਕਦੀ ਹੈ, ठीक है। तो मैं कहवा कि रेक्टेंगल इज द पैरेललोग्राम, यस। मैं कहवा रोम्बस इज द पैरेललोग्राम, यस, ओके। फिर रेक्टेंगल फर्दर किधर चलेगी, स्क्वायर दे विच, तो
ਰੈਕਟੈਂਗਲ ਫਰਦਰ ਕਿੱਧਰ ਜਾ ਰਹੀ ਹੈ, ਸਕੁਅਰ ਵਾਲੇ ਪਾਸੇ ਨੂੰ ਜਾ ਰਹੀ ਹੈ। ਤਾਂ ਸਕੁਅਰ ਨੂੰ ਅਸੀਂ ਰੈਕਟੈਂਗਲ ਕਹਿ ਸਕਦੇ ਹਾਂ ਕਿ ਸਕੁਅਰ ਦਾ origin ਇੱਕ ਰੈਕਟੈਂਗਲ ਤੋਂ ਹੋਇਆ, ਹਾਂ ਬਿਲਕੁਲ ਹੋਇਆ। ਸਕੁਅਰ ਦਾ origin ਇੱਕ ਰੋਮਬਸ ਤੋਂ ਹੋਇਆ, ਬਿਲਕੁਲ ਹੋਇਆ। ਠੀਕ ਹੈ। ਜੇ ਮੈਨੂੰ ਕੋਈ ਕੁਐਸਚਨ ਕਰੇ ਕਿ every square is a parallelogram, तो देखो मैं की क्या every square is a parallelogram। ओके चलो देखो की square ਦਾ origin ਕਿਤੋਂ ਨਾ ਕਿਤੋਂ ਪੈਰਲਲੋਗ੍ਰਾਮ ਚ ਹੋਇਆ। ਆ ਪੈਰਲਲੋਗ੍ਰਾਮ ਸੀ, ਐਰੋਜ਼ ਦੀ ਡਾਇਰੈਕਸ਼ਨ ਜਾ ਰਹੀ ਹੈ ਔਰ ਕਿੱਧਰ ਆ ਰਹੀ ਹੈ, ਸਕੁਅਰ ਚ ਆ ਰਹੀ ਹੈ। ਤਾਂ ਅਸੀਂ ਕੀ ਕਹਿ ਸਕਦੇ ਹਾਂ, ਸਕੁਅਰ ਇਜ਼ ਅ ਪੈਰਲਲੋਗ੍ਰਾਮ। ਠੀਕ ਹੈ। ਹੁਣ ਦੇਖੋ ਕੁਐਸਚਨ ਜਿਹੜੇ ਤੁਹਾਡੇ 3.4 ਦੇ ਹੈ। ਜਿਹੜਾ ਫਰਸਟ ਕੁਐਸਚਨ ਹੈ, all rectangles are squares। ਠੀਕ ਹੈ। ਰੈਕਟੈਂਗਲਸ ਨੂੰ ਉਹ ਕਹਿੰਦਾ ਪਿਆ ਰੈਕਟੈਂਗਲਸ ਨੂੰ ਅਸੀਂ ਸਕੁਅਰ ਕਹਿ ਸਕਦੇ ਹਾਂ। ਠੀਕ ਹੈ। ਤਾਂ ਹੁਣ ਚੈੱਕ ਕਰਨਾ ਰੈਕਟੈਂਗਲ ਵਾਲੇ ਪਾਸੇ ਐਰੋ ਜਾ ਰਹੇ ਹੈ, ਸਕੁਅਰ ਤੋਂ ਨਿਕਲ ਕੇ ਕੀ ਰੈਕਟੈਂਗਲ ਵਾਲੇ ਪਾਸੇ ਐਰੋ ਜਾ ਰਹੇ ਹੈ, ਨਹੀਂ ਨਾ ਜਾ ਰਹੇ, ਬਟ ਰੈਕਟੈਂਗਲ ਵਾਲੇ ਪਾਸੇ ਸਕੁਅਰ ਨੂੰ ਜਾ ਰਹੇ ਆ। ਅਸੀਂ ਇਹ ਕਹਿ ਸਕਦੇ ਹਾਂ ਕਿ ਐਵਰੀ ਸਕੁਅਰ ਇਜ਼ ਅ ਰੈਕਟੈਂਗਲ, ਬਟ ਰੈਕਟੈਂਗਲ ਸਾਰੀਆਂ ਰੈਕਟੈਂਗਲ ਸਕੁਅਰ ਨਹੀਂ ਹੋ ਸਕਦੀਆਂ। all rhombuses are parallelograms। सो ਜਿਹੜਾ ਇਹ ਪਾਰਟ ਸੀਗਾ all rectangles are squares, ਇਹ ਕੀ ਹੋ ਗਿਆ, false ਹੋ ਗਿਆ। next ਹੈ all rhombuses are parallelogram। okay rhombus ਦੇਖੋ, rhombus ਇੱਥੇ ਪਈ ਹੈ। ਠੀਕ ਹੈ। ਉਹ ਕਹਿੰਦਾ ਪਿਆ ਸਾਰੀ rhombus ਨੂੰ ਅਸੀਂ parallelogram ਕਹਿ ਸਕਦੇ ਹਾਂ। ਦੇਖੋ ਇਹਦਾ ਮਤਲਬ rhombus ਦਾ origin parallelogram ਚ ਹੋਇਆ ਐਰੋ ਜਾ ਰਿਹਾ, ਹਾਂਜੀ ਬਿਲਕੁਲ ਜਾ ਰਿਹਾ। ਤਾਂ ਇਹ ਕੀ ਹੋ ਗਿਆ ਤੁਹਾਡੇ ਕੋਲੇ, true ਹੋ ਗਿਆ। ਠੀਕ ਹੈ। ਸੀ ਪਾਰਟ ਦੇਖੋ, ਸੀ ਪਾਰਟ ਦੇ ਵਿੱਚ ਹੈ ਸਾਡੇ ਕੋਲੇ all squares are rhombuses, ਫਿਰ ਉਸ ਤੋਂ ਬਾਅਦ and also rectangles। ਠੀਕ ਹੈ। ਕਹਿੰਦਾ ਇਹ ਸਕੁਅਰ ਹੈ, ਸਕੁਅਰ ਨੂੰ ਅਸੀਂ rhombus ਕਹਿ ਸਕਦੇ ਹਾਂ। square are rhombuses, ਇਹਦਾ ਮਤਲਬ ਸਕੁਅਰ rhombus ਤੋਂ ਨਿਕਲਿਆ, ਐਰੋ ਆ ਰਿਹਾ, ਹਾਂ ਬਿਲਕੁਲ ਆ ਰਿਹਾ। ਉਸ ਤੋਂ ਬਾਅਦ ਕਹਿੰਦਾ ਪਿਆ and also rectangles, ਮਤਲਬ ਸਕੁਅਰ ਰੈਕਟੈਂਗਲ ਚੋਂ ਵੀ ਨਿਕਲਿਆ ਹੋਇਆ, ਹਾਂ ਬਿਲਕੁਲ ਐਰੋ ਆ ਰਿਹਾ। ਰੈਕਟੈਂਗਲ ਤੋਂ ਸਕੁਅਰ ਵੱਲ ਨੂੰ ਐਰੋਜ਼ ਆ ਰਹੇ। ਠੀਕ ਹੈ। ਉਸ ਤੋਂ ਬਾਅਦ तो फर्स्ट भी हो गया, सेकंड भी हो गया, थर्ड भी हो गया। डी देखो all squares are not parallelograms। वो कहता पे सारे squares parallelograms नहीं हो सकते। तो देखो स्केयर ਦਾ origin देखो, स्केयर ਦੇ origin ਚ ਕਿਤੇ ਨਾ ਕਿਤੇ ਪੈਰਲਲੋਗ੍ਰਾਮ ਆ ਰਹੀ ਹੈ। ਪੈਰਲਲੋਗ੍ਰਾਮ ਤੋਂ ਸਕੁਅਰ ਨੂੰ ਆ ਰਿਹਾ ਐਰੋ, ਦੋ ਪਾਸਿਓਂ ਆ ਰਿਹਾ ਹੈ। तो ਕਹਿੰਦਾ ਪਿਆ ਕਿ ਸਾਰੇ ਸਕੁਅਰ ਪੈਰਲਲੋਗ੍ਰਾਮ ਨਹੀਂ ਹੋ ਸਕਦੇ। तो ਇਹ ਕੀ ਹੋ ਗਿਆ, ਫਾਲਸ ਹੈਗੀ ਹੈ, ਸਕੁਅਰ ਪੈਰਲਲੋਗ੍ਰਾਮ ਹੈਗੀ ਹੈ। ਜੀ ਪਾਰਟ all parallelograms are trapeziums। okay parallelogram trapeziums नहीं, parallelogram trapezium। तो देखो parallelogram की trapezium तो parallelogram वाले पास से एरोज आ रहे हैं, बिल्कुल आ रहे हैं। तो parallelogram की ने trapezium। all h part है all squares are trapeziums। okay square सारे को सब तो हेठा पे, ठीक है। ट्रपेजियम, तो ट्रपेजियम तो एरो आए पैरेललोग्राम ते पैरेललोग्राम तो दो साइड्स नू अलग-अलग साइड्स नू चले गए, रोम्बस आई, रेक्टेंगल आई और चलते 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 एरो कितने आ गए, स्क्वायर च आ गए। तो ट्रपेजियम तो स्क्वायर वाल नू एरोज आ रहे हैं, बिल्कुल। ट्रू फॉल्स करते हुए तुसी सारा ने एक चीज़ नोट की होनी है, मैं ई पार्ट ते एफ पार्ट नहीं करवाया, ठीक है। हुण असीं ई पार्ट ते एफ पार्ट नूं देखांगे। देखो ऑल काइट्स आर रोम्बसेस एंड एफ दे विच है ऑल रोम्बसेस आर काइट्स, ठीक है। हुण पहला ई पार्ट देखो, जिहदे च उहने किहा है कि जो जिन्ने भी काइट्स हुंदे ने ना सारे दे सारे रोम्बस हुंदे ने। हुण जिहड़ा ये दो केसेस ने, पहला काइट और रोम्बस दे विच देखो, काइट ते रोम्बस दे विच कोई लिंक नहीं है, ठीक है। कोई लाइन्स इन्हां नूं कनैक्ट नहीं करदियां, कोई एरोज इन्हां नूं कनैक्ट नहीं करते। जदों काइट ते रोम्बसिस दा क्वेश्चन आऊगा ट्रू फॉल्स दे विच, आपां इहनूं इन्हां दीयां प्रॉपर्टीज दे बेसिस ते करांगे। हुण इस क्वेश्चन दे विच वो कह रहा है कि जिहड़े काइट ने, ठीक है, जिहड़े काइट्स ने दे कैन बी रोम्बसिस, ठीक, और रोम्बसिस भी हो सकते हैं। हुण देखो ये मेरे को काइट दा मॉडल है, ये काइट है,
ਇਹ ਕਾइट ਦਾ मॉडल है। ठीक है, रोम्बस है, ये मेरे को रोम्बस का मॉडल है। ठीक, हुण ध्यान नाल देखना काइट और रोम्बस। हुण जो काइट है, काइट दे विच जिहड़ियां दो एडजेसेंट साइड्स ने, ये एडजेसेंट साइड्स ने, ये इक्वल ने, एक पेयर एडजेसेंट साइड्स का इक्वल आ ते एक होर पेयर है एडजेसेंट साइड्स का, वो भी आपस इक्वल आ, बट इन्हां दी लेंथ हो रहा है, इन्हां दी लेंथ हो रहा है। ठीक है, रोम्बस दी प्रॉपर्टी देखो, रोम्बस दी सारियां साइड्स की ने सेम ने। ठीक, तो काइट दियां चार साइड सेम नहीं है, रोम्बस दियां चार साइड सेम है। ये प्रॉपर्टी काइट्स नू रोम्बस होने तो रोकती भी है। ठीक है, तो जेड़ा है कि काइट्स, ऑल काइट्स आर रोम्बसेस, तो ये चीज की है फॉल्स। ठीक है, हुण एफ देखो, एफ है साडे कोले ऑल रोम्बसेस आर काइट्स। ओके, हुण वो कहंदा पिया जिन्ने भी रोम्बस ने, ठीक है, ये की हुंदे ने, काइट्स हुंदे ने। ए ट्रू आ, ठीक है, ये ट्रू आ। हुण एदियां चार साइड्स, रोम्बस दियां चार साइड्स इक्वल ने। ठीक है, काइट्स दियां चार साइड्स इक्वल नहीं गियां, कोई चक्कर नहीं। एक प्रॉपर्टी होर है, जेकर रोम्बस दे डायगनल देखो, ठीक है, रोम्बस दे डायगनल जेड़े ऑपोजिट वर्टिसेस नू मिलान ते बनदे पे है, अपने को एक डायगनल ए है, एक डायगनल ए है, ये जेड़े डायगनल ने एक दूजे दे राइट बाइसेक्टर ने। ठीक है, जेड़े काइट दे डायगनल्स भी ने, जिवें काइट दा ए जेड़े दो ऑपोजिट वर्टिसेस है, इन्हां नू आपस मिलावां, फॉर एग्जांपल मैं इन्हां नू आपस दे विच मिलावां ते इधरों दी मैं इन्हां नू आपस, इधरों दी मैं इनू भी आपस दे विच मिला देवां, तो ये भी एक दूजे दे की ने, राइट बाइसेक्टर्स ने, तो ये प्रॉपर्टी मैच करती है। ठीक है, सो इस प्रॉपर्टी के बेस ते सारे रोम्बस की बन जाते हैं, काइट बन जाते हैं, इन्होंने किया जा सकता है। सो दिस इज ट्रू। तो ये नाल तुहाडा फर्स्ट क्वेश्चन होया। ठीक है जी, उस बाद सैकेंड क्वेश्चन देखो, आइडेंटिफाई ऑल क्वाड्रिलेटरल्स दैट हैव 4 साइड्स ऑफ इक्वल लेंथ एंड 4 राइट एंगल्स। हुण आपां ओ क्वाड्रिलेटरल आइडेंटिफाई करनी है जिन्हां दे विच 4 साइड्स इक्वल लेंथ दियां हुंदियां ने। ठीक है, 4 दी 4 साइड्स इक्वल लेंथ दियां हुंदियां ने। तो इन्हूं जरा साइड पे कर दिंदे आ। साडे कोल पिया क्वाड्रिलेटरल दा सब कुछ है ना, कन्वैक्स क्वाड्रिलेटरल्स दा। तो देखो केड़ियां क्वाड्रिलेटरल्स ने जिन्हां दियां 4 साइड्स इक्वल ने। ट्रपेजियम दी नहीं है, काइट दी नहीं है, आइसोसलेस ट्रपेजियम नहीं है, पैरेललोग्राम दे विच ऑपोजिट साइड्स इक्वल हुंदियां ने, रेक्टेंगल दे विच भी ऑपोजिट साइड्स इक्वल हुंदियां ने। रोम्बस जो है 4 साइड्स आर इक्वल, और इन केस ऑफ स्क्वायर 4 साइड्स आर इक्वल। ठीक है, तो केड़ियां दो आ गईयां, रोम्बस ते स्क्वायर। ओके, सैकेंड पार्ट है जिहड़ा इहदे विच वो कहंदा पिया केड़ी क्वाड्रिलेटरल है जिहदे विच हरेक जिहड़ा एंगल है दैट इज ऑफ 90 डिग्री। जे आपां सारा डायग्राम प्रॉपरली चैक करिए तो सानू दिखदा पिया एक रेक्टेंगल दे विच जिहड़े 4 एंगल्स ने 90 दे ने, तो एक स्क्वायर दे विच जिहड़े चारों दे चारों एंगल है 90 दे है। ठीक है जी, तो सैकेंड दे बी पार्ट का भी आंसर होया। उसके बाद करते हैं आप थर्ड क्वेश्चन। थर्ड क्वेश्चन, एक्सप्लेन हाउ अ स्क्वायर इज क्वाड्रिलेटरल। मतलब की दसना है एक स्क्वायर एक क्वाड्रिलेटरल कितना हो सकता है। ठीक है, तो फर्स्ट क्वेश्चन देखते हैं। तो मेरे को एक स्क्वायर का मॉडल है, ठीक, सेट स्क्वायर्स दे नाल बनाया हुआ है। तो ये स्क्वायर है, स्क्वायर की प्रॉपर्टी की है, स्क्वायर दी 4 साइड्स है। क्वाड्रिलेटरल की प्रॉपर्टी की है, क्वाड्रिलेटरल दी भी 4 साइड्स है। क्वाड्रिलेटरल एक क्लोज फिगर है, सो ये भी क्लोज फिगर है। क्वाड्रिलेटरल दे विच भी 4 एंगल्स होंदे ने, तो स्क्वायर दे विच भी 4 एंगल्स होंदे ने। तो असी स्क्वायर नू क्वाड्रिलेटरल कह सकते हैं, बिल्कुल कह सकते हैं, एंड रीजनस भी दस दिते तुहानू। तो ये फर्स्ट क्वेश्चन होया। सेकेंड क्वेश्चन है, एक्सप्लेन हाउ स्क्वायर इज ए पैरेललोग्राम। जो स्क्वायर है उन्होंने असी पैरेललोग्राम क्यों कह सकते हैं। पहला तो चेक करिए कह भी सकते हैं कि नहीं कह सकते। ठीक है, तो देखो तुहाडे कोले ए स्क्वायर पे है, ए पैरेललोग्राम पे ही है। ठीक है जी,
ਪੈਰਲਲੋਗ੍ਰਾਮ ਤੋਂ ਹੀ ਕਿੱਧਰ ਨੂੰ ਆ ਰਹੇ ਹਾਂ ਅਸੀਂ, ਪੈਰਲਲੋਗ੍ਰਾਮ ਤੋਂ ਹੀ ਦੋ ਰਸਤੇ ਆ ਕੇ ਕਿਹਨੂੰ ਮਿਲਦੇ ਆ, ਸਕੁਅਰ ਨੂੰ ਆ ਕੇ ਮਿਲਦੇ ਆ। ਠੀਕ ਹੈ, ਹੁਣ ਇਹਨਾਂ ਦੇ ਵਿੱਚ ਸਿਮਿਲੈਰਿਟੀਜ਼ ਦੇਖੋ, ਕਿਉਂ ਸਕੁਅਰ ਨੂੰ ਅਸੀਂ ਪੈਰਲਲੋਗ੍ਰਾਮ ਕਹਿ ਸਕਦੇ ਹਾਂ। ਸਭ ਤੋਂ ਪਹਿਲੀ ਗੱਲ ਇਹ ਹੈ, 4 ਸਾਈਡਸ 4 ਐਂਗਲਸ। ਓਕੇ ਚਲੋ ਠੀਕ ਹੈ। ਇੱਕ ਪੈਰਲਲੋਗ੍ਰਾਮ ਦੇ ਵਿੱਚ ਕੀ ਹੁੰਦਾ ਹੈ, ਆਪੋਜ਼ਿਟ ਸਾਈਡਸ ਇਕੁਅਲ ਹੁੰਦੀਆਂ ਨੇ। ਇਹ ਇਹਦੇ ਇਕੁਅਲ ਆ, ਇਹ ਇਹਦੇ ਇਕੁਅਲ ਆ। ਸਕੁਅਰ ਦੇ ਵਿੱਚ ਵੀ ਇਹ ਇਹਦੇ ਇਕੁਅਲ ਆ, ਇਹ ਇਹਦੇ ਇਕੁਅਲ ਆ, ਇਹਦੀਆਂ ਵੀ ਆਪੋਜ਼ਿਟ ਸਾਈਡਸ ਇਕੁਅਲ ਆ। ਤਾਂ ਪਹਿਲੀ ਪ੍ਰੋਪਰਟੀ ਮੈਚ ਕਰ ਗਈ ਦੋਨਾਂ ਦੀ। ਸਕੁਅਰ ਜੋ ਪੈਰਲਲੋਗ੍ਰਾਮ ਹੈ, ਪੈਰਲਲੋਗ੍ਰਾਮ ਦੇ ਜਿਹੜੇ ਆਪੋਜ਼ਿਟ ਐਂਗਲਸ ਨੇ, ਠੀਕ ਹੈ, ਇਹ ਆਪੋਜ਼ਿਟ ਐਂਗਲਸ ਨੇ, ਇਹ ਇਕੁਅਲ ਨੇ। ਇੱਦਾਂ ਹੀ ਸਕੁਅਰ ਦੇ ਵੀ ਆਪੋਜ਼ਿਟ ਐਂਗਲਸ ਇਕੁਅਲ ਨੇ। ਪੈਰਲਲੋਗ੍ਰਾਮ ਦਾ ਜਿਹੜਾ ਦੂਸਰਾ ਪੇਅਰ ਹੈ ਆਪੋਜ਼ਿਟ ਐਂਗਲਸ ਦਾ, ਉਹ ਵੀ ਇਕੁਅਲ ਹੈ। ਇੱਦਾਂ ਹੀ ਸਕੁਅਰ ਦੇ ਵੀ ਕੀ ਨੇ, ਆਪੋਜ਼ਿਟ ਜਿਹੜਾ ਸੈਕਿੰਡ ਪੇਅਰ ਹੈ ਉਹ ਵੀ ਕੀ ਹੈ, ਇਕੁਅਲ ਹੈ। ਤਾਂ ਇੱਕ ਪ੍ਰੋਪਰਟੀ ਹੋਰ ਮੈਚ ਕਰ ਗਈ। ਠੀਕ ਹੈ, ਅੱਛਾ ਜੀ, ਹੁਣ ਜੇਕਰ ਅਸੀਂ ਸਕੇਲ ਲੈ ਲਈਏ ਔਰ ਸਕੇਲ ਦੇ ਨਾਲ ਕੀ ਕਰੀਏ, ਪੈਰਲਲੋਗ੍ਰਾਮ ਦੇ ਡਾਇਗਨਲਸ ਨੂੰ ਮੈਂ ਡਰਾ ਕਰਾਂ। ਇਹ ਪੈਰਲਲੋਗ੍ਰਾਮ ਦੇ ਡਾਇਗਨਲਸ ਹੋ ਗਏ, ਇਹ ਪਹਿਲਾ ਹੋ ਗਿਆ ਡਾਇਗਨਲ ਹੋ ਗਿਆ, ਇਹ ਦੂਸਰਾ ਡਾਇਗਨਲ ਹੋ ਗਿਆ। ਠੀਕ ਹੈ, ਇਹ ਜਿਹੜੇ ਡਾਇਗਨਲਸ ਨੇ ਇੱਕ ਦੂਸਰੇ ਨੂੰ ਬਾਈਸੈਕਟ ਕਰਦੇ ਨੇ। ਠੀਕ, तो ਜਿਹੜੇ ਸਕੁਅਰ ਦੇ ਡਾਇਗਨਲਸ ਨੇ ਉਹ ਵੀ ਇੱਕ ਦੂਸਰੇ ਨੂੰ ਬਾਈਸੈਕਟ ਕਰਦੇ ਨੇ। ਬਾਈਸੈਕਟ ਮਤਲਬ ਇੱਕ ਦੂਸਰੇ ਨੂੰ ਇਕੁਅਲ ਪਾਰਟਸ ਦੇ ਵਿੱਚ ਕੀ ਕਰਦੇ ਨੇ, ਡਿਵਾਈਡ ਕਰਦੇ ਨੇ। ਜਦੋਂ ਇੱਕ ਡਾਇਗਨਲ ਦੂਏ ਡਾਇਗਨਲ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ, ਕ੍ਰਾਸ ਕਰਕੇ ਜਾਂਦਾ, ਉਹਨੂੰ ਇੰਟਰਸੈਕਟ ਕਰਕੇ ਜਾਂਦਾ, ਇਸ ਤਰ੍ਹਾਂ ਇੰਟਰਸੈਕਟ ਕਰਕੇ ਜਾਂਦਾ ਕਿ ਉਹਨੂੰ ਦੋ ਪਾਰਟਸ ਦੇ ਵਿੱਚ डिवाइड कर जाता है। ठीक है, तो ये भी प्रॉपर्टी मैच कर गई। तो नो डाउट सानू पता सीगा कि एरोज पैरेललोग्राम तो स्केयर नूं जा रहे ने। हुण असीं रीजन भी दस दित्ते, ऑपोजिट साइड्स इक्वल, ऑपोजिट एंगल्स इक्वल, डायगनल्स बाइसेक्ट करते हैं, इस करके पहला स्केयर की बन गया, एक पैरेललोग्राम बन गया। ठीक है, हुण जिहड़ा नैक्सट क्वेश्चन है इहदे विच दैट स्केयर जिहड़ी है इज अ रोम्बस। ठीक है, चलो ये स्केयर है, रोम्बस है। स्केयर दी सारी साइड्स इक्वल होंदियां, रोम्बस दी भी सारी साइड्स इक्वल होंदियां। ठीक है, स्केयर दे डायगनल्स एक दूसरे नूं बाइसेक्ट करते हैं। ओके, रोम्बस दे डायगनल्स भी देख लेंगे। ये रोम्बस का डायगनल हो गया, ये रोम्बस का डायगनल हो गया। ठीक है, ये भी एक दूसरे नूं की करते हैं, बाइसेक्ट करते हैं। एक चीज़ होर, ये रोम्बस के जो डायगनल ने एक दूसरे को बाइसेक्ट करते हैं तो नाल दी नाल राइट बाइसेक्ट करते हैं। राइट बाइसेक्ट मीनस जो दोनों एक दूसरे को इंटरसैक्ट करते हैं तो पॉइंट ऑफ इंटरसैक्शन तो 90 डिग्री का एंगल बनता है। सिमिलरली जो स्केयर के भी डायगनल्स एक दूसरे को बाइसेक्ट करते हैं तो वो भी एक दूसरे को कितने बाइसेक्ट करते हैं, राइट बाइसेक्टर्स ने एक दूसरे के, उत्थे भी कितने का एंगल बनता है, 90 डिग्री का एंगल बनता है। तो प्रॉपर्टीज मैच कर गई हैं, तो असीं स्केयर रोम्बस ईजली कह सकते हैं। इहदा फोर्थ पार्ट है, हाउ स्केयर इज अ रेक्टेंगल। स्केयर एक रेक्टेंगल कितना हो सकता है। देखो जिहड़ा स्केयर है साडे कोल रेक्टेंगल है, पहला चेक कर लो। यस बिल्कुल है। क्यों है, देखिए ऑपोजिट साइड्स इक्वल, ऑपोजिट साइड्स इक्वल। ठीक है जी, सारे एंगल 90 रहे, सारे एंगल 90 रहे। क्लियर। जेकर असीं अपने रेक्टेंगल दे डायगनल्स नूं ज्वाइन करते हैं, ठीक है, तो डायगनल्स की करते हैं एक दूसरे नूं बाइसेक्ट करते हैं। ये भी डायगनल्स बाइसेक्ट करते हैं। मैं सिर्फ बाइसेक्ट बोलिया, मैं राइट बाइसेक्ट नहीं बोलिया, सिर्फ मैं बाइसेक्ट बोलिया। ये भी बाइसेक्ट करते हैं। ठीक है, इस तो इलावा रेक्टेंगल दे विच ਜਿਹੜੇ डायगनल ने इन्हां दी लेंथ इक्वल हुंदी है। तुसीं अपने स्केल दे नाल मेजर करके देख सकते हैं। ठीक है, स्केयर दे ਜਿਹੜੇ डायगनल्स ने उन्हां दी भी लेंथ की हुंदी है, इक्वल हुंदी है। तो प्रॉपर्टीज मैच कर गई, इस करके स्केयर की है, एक रेक्टेंगल भी है। तो ये थोड़ा होया थर्ड पार्ट दे सारे क्वेश्चंस हो गए। नाउ ਜਿਹੜਾ फोर्थ क्वेश्चन है, फोर्थ क्वेश्चन है, नेम द quadrilaterals whose diagonals bisect each other, okay, are perpendicular bisector of each other and are equal। ठीक है, equal तो असीं हुणे हुणे वेख्या किहड़े equal ने, रेक्टेंगल दे equal ने, स्केयर दे equal ने। ठीक है,
ਉਸ ਤੋਂ ਬਾਅਦ ਕਹਿੰਦੇ ਨੇ ਆਰ ਸੈਕਿੰਡ ਕੁਐਸਚਨ ਦੇ ਵਿੱਚ ਹੈ ਆਰ ਪਰਪੈਂਡੀਕੂਲਰ ਬਾਈਸੈਕਟਰਸ ਆਫ ਈਚ ਅਦਰ। ਓਕੇ, ਪਰਪੈਂਡੀਕੂਲਰ ਬਾਈਸੈਕਟਰ ਕਿਹੜੇ ਕਿਹੜੇ ਨੇ? ਰੋਮਬਸ ਦੇ ਪਰਪੈਂਡੀਕੂਲਰ ਬਾਈਸੈਕਟ ਕਰਦੇ ਨੇ, ਸਕੁਅਰ ਦੇ ਪਰਪੈਂਡੀਕੂਲਰ ਬਾਈਸੈਕਟ ਕਰਦੇ ਨੇ, ਤੇ ਜੋ ਕਾਈਟ ਹੈ ਕਾਈਟ ਦੇ ਵੀ ਕੀ ਕਰਦੇ ਨੇ? ਪਰਪੈਂਡੀਕੂਲਰ ਬਾਈਸੈਕਟ ਕਰਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਇਹਦਾ ਜਿਹੜਾ ਫਰਸਟ ਪਾਰਟ ਸੀਗਾ, ਜਿਹੜੇ ਬਾਈਸੈਕਟ ਕਰਦੇ ਨੇ, ਤਾਂ ਬਾਈਸੈਕਟ ਤੋਂ ਹਰੇਕ ਦੇ ਕਰ ਰਹੇ ਨੇ। ਬਾਈਸੈਕਟ ਕਾਈਟ ਦੇ ਵੀ ਕਰ ਰਹੇ ਨੇ, ਬਾਈਸੈਕਟ ਦਾ ਪੈਰਲਲੋਗ੍ਰਾਮ ਦੇ ਵੀ ਕਰਦੇ ਪਏ ਨੇ। ਠੀਕ ਹੈ, ਰੈਕਟੈਂਗਲ ਦੇ ਵੀ ਕਰ ਰਹੇ ਨੇ, ਰੋਮਬਸ ਦੇ ਵੀ ਕਰ ਰਹੇ ਨੇ, ਸਕੁਅਰ ਦੇ ਵੀ ਕਰ ਰਹੇ ਨੇ, ਹਰੇਕ ਦੇ ਕਰ ਰਹੇ ਨੇ। ਤੋ ਇਹ ਫੋਰਥ ਕੁਐਸਚਨ ਹੋਇਆ। ਫੋਰਥ ਕੁਐਸਚਨ ਤੋਂ ਬਾਅਦ ਸਾਡਾ ਆਉਂਦਾ ਪਿਆ ਨੈਕਸਟ ਜਿਹੜਾ explain why a rectangle is a convex quadrilateral। okay, rectangle ਨੂੰ ਅਸੀਂ convex quadrilateral ਕਿਉਂ ਕਵਾਂਗੇ? convex quadrilateral ਕੀ ਹੁੰਦੀ ਆ? convex quadrilateral ਹੁੰਦੀ ਹੈ, ਅਸੀਂ ਜਦੋਂ convex ਤੇ concave ਦੇ ਵਿੱਚ ਡਿਫਰੈਂਸ ਕੀਤਾ ਸੀਗਾ ਤਾਂ ਉਦੋਂ ਬਹੁਤ ਅੱਛੇ ਤਰੀਕੇ ਨਾਲ ਸਮਝਿਆ ਸੀ ਕਿ convex quadrilateral ਦੇ ਵਿੱਚ ਜਦੋਂ ਅਸੀਂ ਉਹਦੇ ਡਾਇਗਨਲਸ ਨੂੰ ਜੁਆਇਨ ਕਰਦੇ ਹਾਂ ਤਾਂ ਰੈਕਟੈਂਗਲ ਦੀ ਗੱਲ ਹੁੰਦੀ ਵੀ ਨਾ, ਕਨਵੈਕਸ ਕੁਆਡਰੀਲੇਟਰਲ ਦੇ ਵਿੱਚ ਜਦੋਂ ਅਸੀਂ ਉਹਦੇ ਡਾਇਗਨਲਸ ਨੂੰ ਜੁਆਇਨ ਕਰਦੇ ਹਾਂ ਤੇ ਡਾਇਗਨਲਸ ਇੰਟੀਰੀਅਰ ਪਾਰਟ 'ਚ ਰਹਿੰਦੇ ਪਏ। ਠੀਕ ਹੈ, ਹਰੇਕ ਐਂਗਲ 180 ਤੋਂ ਛੋਟਾ ਹੈ। ਇਹ ਵੀ 90 ਦਾ, ਇਹ ਵੀ 90 ਦਾ, ਇਹ ਵੀ 90 ਦਾ, ਇਹ ਵੀ 90 ਦਾ, ਤਾਂ ਸਾਰੇ ਐਂਗਲ 180 ਤੋਂ ਛੋਟੇ ਹੈ। तो ये बन गई एक कन्वैक्स क्वाड्रिलेटरल। इस तो अलावा अनडाउटेडली ਇਹਦੀਆਂ 4 ਸਾਈਡਸ ਹੈ ਤੇ ਇਹਦੇ ਇੰਟੀਰੀਅਰ ਐਂਗਲਸ ਦਾ ਸਮ 360 ਡਿਗਰੀ ਹੈ, ਕਲੋਜ਼ ਫਿਗਰ ਹੈ। ਠੀਕ ਹੈ, ਜਿਹੜੀਆਂ ਮੇਨ ਪ੍ਰੋਪਰਟੀਜ਼ ਸੀਗੀਆਂ, ਡਾਇਗਨਲਸ ਅੰਦਰ ਹੋਣੇ ਚਾਹੀਦੇ ਨੇ। ਸੈਕੰਡਲੀ ਕੋਈ ਵੀ ਐਂਗਲ 180 ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਐਂਡ ਇੱਕ ਚੀਜ਼ ਹੋਰ ਸੀ, ਜਦੋਂ ਅਸੀਂ ਇਹਦੇ ਵਰਟਿਸਿਸ ਨੂੰ ਕੀ ਕਰੀਏ, ਮਿਲਾਈਏ, ਜਿੱਦਾਂ ਉਹਨੇ ਮੰਨ ਲਓ ਸਪੋਜ਼ ਇਹ ਲਾਈਨ ਜਾ ਰਹੀ ਹੈ, ਇਹ ਵਰਟਿਸਿਸ ਤੇ ਜਿਹੜੀ ਇਹ ਲਾਈਨ ਹੈ, ਜਿਹੜੇ ਦੋ ਬਚੇ ਹੋਏ ਵਰਟਿਸਿਸ ਨੇ ਉਹ ਉਹਦੇ ਸੇਮ ਸਾਈਡ ਤੇ ਹੋਣੇ ਚਾਹੀਦੇ ਨੇ। ਤਾਂ ਸੇਮ ਸਾਈਡ ਤੇ ਆ ਰਹੇ ਹੈ, ਤਾਂ ਇਹੀ ਪ੍ਰੋਪਰਟੀ ਸੀ ਕਨਵੈਕਸ ਦੀਆਂ ਵੀ। तो इस करके रेक्टेंगल की है एक कन्वेक्स क्वाड्रिलेटरल है। ठीक है जी, उस तो बाद आप करांगे क्वेश्चन नंबर 6। देखो 6 क्वेश्चन है, ABC is a right angle triangle। ओके, ABC मीन्स B ते एंगल 90 का है, तो ठीक है मैं B ते 90 का एंगल बना लिया। फिर एंड O is the midpoint of side opposite to right angle। बी ते 90 ਦਾ ਐਂਗਲ ਬਣਦਾ ਪਿਆ, ਰਾਈਟ ਐਂਗਲ ਹੈ। ਬੀ ਦੇ ਆਪੋਜ਼ਿਟ ਸਾਈਡ ਕਿਹੜੀ ਆਉਂਦੀ ਵੀ ਹੈ, AB AC। ਠੀਕ ਹੈ, AC ਦਾ ਮਿਡ ਪੁਆਇੰਟ ਕੀ ਹੈ, O। ਓਕੇ, ਉਸ ਤੋਂ ਬਾਅਦ ਐਕਸਪਲੇਨ ਵਾਈ O ਇਜ਼ ਇਕੁਇਡਿਸਟੈਂਟ ਫਰੋਮ ABC। तो एक्सप्लेन करो कि O ABC ਤੋਂ ਇਕੁਇਡਿਸਟੈਂਟ ਤੇ ਕਿਉਂ ਪਿਆ ਹੋਇਆ। ਠੀਕ ਹੈ, ਲਓ तो सानू की दिता होया, सानू दिता होया ट्रायंगल ABC is right angled triangle। कित्थे पहला एंगल B दे, so एंगल B is equal to 90 डिग्री। also एक चीज और दी हुई, also O is midpoint of AC। it means which implies O अगर midpoint है, मतलब equal होए AO is equal to OC। बुक दे विच उन्होंने तुहानू एक ऑलरेडी कंस्ट्रक्शन करके देती हुई। ठीक है, आपां की करांगे, आपां करांगे ड्रॉ। उस चीज़ नू किद्दां लिखांगे, ड्रॉ AB पैरेलल CD एंड AB इक्वल टू CD। ठीक है जी, जो सी डी है वो ए बी के पैरेलल भी होना चाहिए, इक्वल भी होना चाहिए। सिमिलरली एक चीज़ और ड्रॉ करो, ए डी पैरेलल टू बी सी एंड ए डी इज इक्वल टू बी सी। तो ये दो चीज़ां असीं अपने कोलों कीतियां। ठीक है, ए बी सी डी दे इक्वल ते ए डी बी सी दे इक्वल। इट मीनस देयरफॉर तो की बन गई, ए बी सी डी is a rectangle। ultimately वो rectangle बन गई। and rectangle एक property है, the diagonals की length की होती है equal। therefore and the lengths of diagonals की होंगी are equal। ठीक है जी, जिन्हें मैं की लिखा, which implies diagonals केड़े केड़े ने, diagonals ने AC is equal to BD।
ठीक है। ਤੇ ਨਾਲ ਦੀ ਨਾਲ ਜਿਹੜੇ ਡਾਇਗਨਲਸ ਨੇ ਇਕੁਅਲ ਵੀ ਹੁੰਦੇ ਨੇ ਐਂਡ ਬਾਈਸੈਕਟ ਈਚ ਅਦਰ। ਬਾਈਸੈਕਟ ਈਚ ਅਦਰ ਦਾ ਮਤਲਬ AO ਇਜ਼ ਇਕੁਅਲ ਟੂ OC, ਇਹ ਤਾਂ ਗਿਵਨ ਵੀ ਸੀ, ਠੀਕ ਹੈ। ਤੇ ਨਾਲ ਦੀ ਨਾਲ OB ਇਜ਼ ਇਕੁਅਲ ਟੂ OD, ਠੀਕ ਹੈ। ਹੁਣ ਫਰਦਰ ਦੇਖੋ ਇਹਨੂੰ ਕੀ ਕਰਾਂਗੇ, because AC is equal to BD, ठीक है जी। because AC is equal to BD, AC ਦੀ ਵੈਲਿਊ ਦੇਖੋ, AC ਕਿਹੜੀ ਦੋ ਚੀਜ਼ਾਂ ਨੂੰ ਐਡ ਕਰਨ ਤੇ ਬਣਦਾ ਪਿਆ, AC ਬਣਦਾ ਪਿਆ AO plus OC, ਔਰ BD ਕਿਹਦਾ ਬਣਦਾ ਪਿਆ, BD ਬਣਦਾ ਪਿਆ OB plus OD, ਓਕੇ। ਹੁਣ ਅਸੀਂ ਇਹਨੂੰ ਮੰਨ ਲੈਣੇ ਇਕੁਏਸ਼ਨ 1, ਇਹਨੂੰ ਮੰਨ ਲੈਣੇ ਇਕੁਏਸ਼ਨ 2, ਜਿਹੜੇ ਉੱਪਰ ਦੋ ਰਿਜ਼ਲਟਸ ਲਿਖੇ ਸੀ। ਹੁਣ AO ਨੂੰ AO ਰਹਿਣ ਦਿੱਤਾ, OC ਦੀ ਥਾਂ ਤੇ ਵੀ AO ਹੀ ਲਿਖ ਦਿੱਤਾ, ਠੀਕ ਹੈ। OB ਨੂੰ OB ਰਹਿਣ ਦਿੱਤਾ ਤੇ OD ਦੀ ਥਾਂ ਤੇ ਵੀ OB ਲਿਖ ਦਿੱਤਾ। ਤੋ ਕੀ ਬਣ ਗਿਆ ਮੇਰੇ ਕੋਲ, 2 times AO is equal to 2 times OB, ਐਂਡ 2 ਨੇ ਨਾਲ 2 ਕੈਂਸਲ ਹੋ ਗਿਆ, ਅਲਟੀਮੇਟਲੀ AO is equal to OB ਆ ਗਿਆ, ਠੀਕ ਹੈ। ਇਹਨੂੰ ਪਾਓ ਇਕੁਏਸ਼ਨ ਨੰਬਰ 3। ਹੁਣ ਦੇਖੋ AO OB ਦੇ ਵੀ ਇਕੁਅਲ ਆ ਤੇ AO OC ਦੇ ਵੀ ਇਕੁਅਲ ਆ। 1 ਤੇ 3 ਨੂੰ ਕੰਪੇਅਰ ਕਰੋ, from 1 and 3, from 1 and 3 ਕੀ ਹੋ ਗਿਆ, AO is equal to OB is equal to OC, ਸਾਰੇ ਇਕੁਅਲ ਹੋ ਗਏ, ਇਹ ਸਾਰੇ ਇਕੁਅਲ ਹੋ ਗਏ। तो अल्टीमेटली O की बन गया, O is equidistant from points A, B, C, ठीक है। जो असी किद्दां प्रूव किया, राइट एंगल ट्रायंगल नूं असी की बना दिता, एक रेक्टेंगल बना दिता,